ਰਾਧਾ। ਹਾਂਜੀ। ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੌਂਡ ਮਹੱਲਾ ਪੰਜਵਾਂ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਇਹ ਬਾਣੀ ਹਜ਼ੂਰ ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਹੈ। ਆਪਦੇ ਹਰ ਇੱਕ ਵਚਨ ਸਾਨੂੰ ਗੁਰਭਗਤੀ ਦੇ ਵਿੱਚ ਦ੍ਰਿੜਤਾ ਬਖਸ਼ਦੇ ਨੇ, ਕਿਉਂਕਿ ਇਹ ਦੇਸ਼ ਜਿਹੜਾ ਹੈ ਡਾਵਾਂਡੋਲੀ ਦਾ ਹੈ। ਇੱਥੇ ਮਨ ਹਮੇਸ਼ਾ ਹੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ, ਵਿਚਾਰ ਨੂੰ ਲੈ ਕੇ ਉਸ ਮਾਲਕ ਤੋਂ ਦੂਰ ਹੋ ਕੇ ਡਾਵਾਂਡੋਲ ਹੀ ਰਹਿੰਦਾ ਹੈ। ਲੇਕਿਨ ਸਤਿਗੁਰਾਂ ਦੇ ਬਚਨ ਜੋ ਨੇ ਉਹ ਜਿਸ ਤਰ੍ਹਾਂ ਇੱਕ ਥੰਮ ਦੀ ਤਰ੍ਹਾਂ ਸਾਨੂੰ ਆਸਰਾ ਦਿੰਦੇ ਨੇ, ਕਿਉਂਕਿ ਜਦੋਂ ਤੱਕ ਸਤਿਗੁਰਾਂ ਦੇ ਬਚਨਾਂ ਦੀ ਸਮਝ ਨਾ ਲੱਗੇ ਉਦੋਂ ਤੱਕ ਅਸੀਂ ਕੀ ਜਾਣ ਸਕਦੇ ਹਾਂ ਕਿ ਸਤਿਗੁਰ ਸਾਨੂੰ ਕਿਹੜਾ ਆਸਰਾ ਬਖਸ਼ ਰਹੇ ਨੇ। ਕਿਉਂਕਿ ਬਾਹਰਲੀਆਂ ਦਾਤਾਂ ਜਿਹੜੀਆਂ ਨੇ, ਠੀਕ ਹੈ ਅਸੀਂ ਸੰਸਾਰੀ ਤੌਰ 'ਤੇ ਮੰਗਦੇ ਹਾਂ, ਸਤਿਗੁਰ ਕਿਰਪਾ ਕਰਦੇ ਨੇ, ਉਹ ਵੀ ਸਭ ਕੁਝ ਬਖਸ਼ਦੇ ਨੇ, ਲੇਕਿਨ ਸਭ ਤੋਂ ਵੱਡੀ ਜਿਹੜੀ ਦਾਤ ਹੈ, ਸਭ ਤੋਂ ਵੱਡੀ ਜਿਹੜੀ ਉਹ ਇੱਕ ਔਟ ਹੈ, ਉਹ ਉਹਨਾਂ ਦੇ ਨਾਮ ਦੀ ਹੈ। ਜਦੋਂ ਤੱਕ ਸਿੱਖ ਨੂੰ ਸਤਿਗੁਰਾਂ ਦੇ ਉੱਤੇ ਵਿਸ਼ਵਾਸ ਭਰੋਸਾ ਨਾ ਹੋਵੇ, ਜਦੋਂ ਤੱਕ ਮਨ ਦੇ ਵਿੱਚ ਭਰੋਸਾ ਪੱਕਾ ਨਾ ਹੋਵੇ, ਅਤੇ ਇਸ ਦੇਸ਼ ਦੇ ਵਿੱਚ ਜਿਹੜੀ ਡਾਵਾਂਡੋਲੀ ਚੱਲਦੀ ਹੀ ਰਹਿੰਦੀ ਹੈ। ਤਾਂ ਉਹਨੇ ਫਰਮਾਇਆ ਕਿ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਫਰਮਾਉਂਦੇ ਨੇ ਕਿ ਇਹ ਮਨ ਹਮੇਸ਼ਾ ਹੀ ਤੂੰ ਗੁਰੂ ਗੁਰੂ ਕਰ, ਕਿਉਂਕਿ ਗੁਰੂ ਜਿਹਾ ਮੈਂ ਨਾਹੀ ਹੋਰ, ਕਿ ਗੁਰੂ ਵਰਗਾ ਕੋਈ ਹੋਰ ਕਿਤੇ ਵੀ ਕੋਈ ਦੂਸਰਾ ਹੈ ਹੀ ਨਹੀਂ। ਕਿਉਂਕਿ ਉਹਨਾਂ ਨੇ ਆਪਣੇ ਸਤਿਗੁਰਾਂ ਦੀ ਜੋ ਭਗਤੀ ਕੀਤੀ, ਉਹਨਾਂ ਤੋਂ ਜੋ ਕਿਰਪਾ ਪ੍ਰਾਪਤ ਕੀਤੀ, ਜੋ ਭੇਦ ਸਮਝ ਆਇਆ, ਉਹੀ ਭੇਦ ਸਾਨੂੰ ਦੇ ਰਹੇ ਨੇ ਸਾਰਿਆਂ ਨੂੰ। ਕਿਉਂਕਿ ਹੋਰ ਜਿੰਨੇ ਵੀ ਰਿਸ਼ਤੇ ਨਾਤੇ ਨੇ ਇੱਥੇ, ਸਾਰੇ ਹੀ ਇੱਕ ਟਾਈਮ ਦੇ ਨਾਲ ਵੱਧ ਘੱਟ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਲੇਕਿਨ ਇੱਕ ਗੁਰੂ ਸਿੱਖ ਦਾ ਇੱਕ ਐਸਾ ਨਾਤਾ ਹੈ ਕਿ ਗੁਰੂ ਇਹਨੂੰ ਉਦੋਂ ਹੀ ਪਿਆਰ ਕਰਦਾ ਹੈ, ਉਦੋਂ ਹੀ ਇਹਨੂੰ ਆਪਣੀ ਸ਼ਰਨ 'ਚ ਲੈਂਦਾ ਹੈ, ਜਦੋਂ ਇਹ ਪਹਿਲਾਂ ਹੀ ਕਈ ਤਰ੍ਹਾਂ ਨਾਲ ਮੈਲਾ ਹੁੰਦਾ ਹੈ। ਲੇਕਿਨ ਸੰਸਾਰੀ ਰਿਸ਼ਤੇ ਜਿੰਨੇ ਨੇ, ਇਹ ਸਾਨੂੰ ਉਦੋਂ ਪਿਆਰ ਕਰਦੇ ਨੇ, ਉਦੋਂ ਸਾਨੂੰ ਕੋਲ ਬਿਠਾਉਂਦੇ ਨੇ, ਜਦੋਂ ਦੇਖਦੇ ਨੇ ਕਿ ਇਹਦੇ ਵਿੱਚ ਸਾਰੇ ਗੁਣ ਹੀ ਨੇ, ਔਗਣ ਕੋਈ ਨਹੀਂ ਹੈ। ਔਗਣਾਂ ਵਾਲੇ ਕੋਲ ਕੋਈ ਵੀ ਨਹੀਂ ਬੈਠਣਾ ਚਾਹੁੰਦਾ, ਉਹਨੂੰ ਕੋਈ ਵੀ ਨਹੀਂ ਸਾਥ ਦਿੰਦਾ, ਸਭ ਗੁਣਾਂ ਵਾਲਿਆਂ ਦੀ ਹੀ ਪੂਜਾ ਕਰਦੇ ਨੇ। ਲੇਕਿਨ ਸਤਿਗੁਰ ਸਾਨੂੰ ਔਗਣਾਂ ਨਾਲ ਭਰਿਆ ਨੂੰ ਹੀ ਗਲ ਨਾਲ ਲਾਉਂਦੇ ਨੇ। ਇਸ ਕਰਕੇ ਜੋ ਉਹਨਾਂ ਦੀ ਵਡਿਆਈ ਹੈ ਉਹ ਹੋਰ ਕਿਸੇ ਦੀ ਵੀ ਨਹੀਂ ਹੈ। ਜਿੱਥੋਂ ਤੱਕ ਨਜ਼ਰ ਜਾਂਦੀ ਹੈ, ਜਿੱਥੋਂ ਤੱਕ ਸਾਡਾ ਧਿਆਨ ਜਾਂਦਾ ਹੈ, ਅਸੀਂ ਸੋਚ ਕੇ ਦੇਖੀਏ, ਵਿਚਾਰ ਕੇ ਦੇਖੀਏ, ਚਾਹੇ ਜਿੰਨੇ ਮਰਜ਼ੀ ਰਿਸ਼ਤੇ ਪਿਆਰੇ ਨੇ, ਲੇਕਿਨ ਹਰ ਕੋਈ ਨਾ ਕੋਈ ਚੀਜ਼ ਦੀ ਸਾਡੇ ਤੋਂ ਮੰਗ ਰੱਖਦਾ ਹੈ। ਇਸ ਲਈ ਸਤਿਗੁਰ ਫਰਮਾਉਂਦੇ ਨੇ ਕਿ ਹੇ ਮਨ, ਤੂੰ ਹੋਰ ਕੋਈ ਆਸਰਾ ਨਾ ਲੈ, ਤੂੰ ਇੱਕ ਗੁਰੂ ਦਾ ਹੀ ਆਸਰਾ ਲੈ, ਔਰ ਹਮੇਸ਼ਾ ਹੀ ਗੁਰੂ ਗੁਰੂ ਕਰ। ਕਿਉਂਕਿ ਥੱਕ ਕੇ, ਟੁੱਟ ਕੇ, ਭਟਕ ਕੇ ਸਾਰੇ ਬੰਨੇ ਇੱਕ ਟਾਈਮ ਖ਼ਰਾਬ ਕਰਕੇ ਫਿਰ ਉਸ ਚੀਜ਼ 'ਤੇ ਆਉਣਾ ਇੱਕ ਹੋਰ ਗੱਲ ਏ, ਇੱਕ ਪਹਿਲਾਂ ਹੀ ਉਸ ਗੱਲ ਨੂੰ ਮੰਨ ਲੈਣਾ।
ਇੱਕ ਹੁੰਦਾ ਤਜਰਬਾ ਕੀਤਾ ਕਰਾਇਆ ਲੈ ਲੈਣਾ, ਇੱਕ ਹੁੰਦੇ ਆਪ ਤਜਰਬੇ ਕਰਨਾ। ਆਪਣੇ ਤਜਰਬੇ ਕਰਨ ਵਾਸਤੇ ਜ਼ਿੰਦਗੀ ਬਹੁਤ ਛੋਟੀ ਹੈ, ਲੇਕਿਨ ਜੋ ਉਹਨਾਂ ਨੇ ਆਪਣੀ ਬਾਣੀ ਦੇ ਰਾਹੀਂ ਯੁੱਗਾਂ ਦਾ ਤਜਰਬਾ ਸਾਨੂੰ ਦੱਸਿਆ, ਜੇ ਉਹਨਾਂ 'ਤੇ ਵਿਸ਼ਵਾਸ ਭਰੋਸਾ ਬਣ ਜਾਵੇ, ਅਸੀਂ ਉਹਨਾਂ ਦੇ ਬਚਨਾਂ ਨੂੰ ਮੰਨ ਕੇ ਉਹਦੇ ਉੱਤੇ ਚੱਲ ਪਈਏ, ਅਤੇ ਫਿਰ ਸਾਨੂੰ ਠੋਕਰਾਂ ਨਹੀਂ ਖਾਣੀਆਂ ਪੈਂਦੀਆਂ। ਇਸ ਲਈ ਫਰਮਾਉਂਦੇ ਨੇ ਕਿ ਗੁਰੂ ਜੀ ਆ ਮੈਂ ਨਾ ਹੀ ਹੋਰ, ਪੱਕਾ ਕਰਕੇ ਉਹਨੂੰ ਦੱਸਦੇ ਨੇ ਕਿ ਹੋਰ ਕੋਈ ਹੈ ਹੀ ਨਹੀਂ ਇਸ ਤਰ੍ਹਾਂ ਦਾ ਨਾਤਾ। ਕਿਉਂਕਿ ਜਦੋਂ ਵੀ ਉਹ ਕਿ ਇੱਕ ਔਗਣ ਮੇਰਾ ਬਾਬੁਲ ਤੱਕੇ ਦੇਵੇ ਦੇਸ ਨਿਕਾਲਾ, ਲੱਖ ਔਗਣ ਮੇਰਾ ਸਤਿਗੁਰ ਤੱਕੇ ਫਿਰ ਵੀ ਕਰਦਾ ਟਾਲਾ। ਉਹ ਇੱਕ ਐਸੇ ਬਖਸ਼ਿੰਦ ਨੇ ਕਿ ਸਾਡੇ ਗੁਨਾਹ ਨਹੀਂ ਦੇਖਦੇ, ਰੁਲਦਿਆਂ ਖੁੱਲਦਿਆਂ ਨੂੰ ਗੁਣੀ ਭਰਿਆਂ ਨੂੰ ਆਪਣੇ ਗਲ ਨਾਲ ਲਾ ਲੈਂਦੇ ਨੇ। ਇਸ ਲਈ ਸੰਸਾਰ ਦੇ ਵਿੱਚ ਉਹਨਾਂ ਦੀ ਵਡਿਆਈ ਅਪਾਰ ਹੈ। ਹਰ ਕੋਈ ਵੇਦ ਸ਼ਾਸਤਰ ਕੋਈ ਵੀ ਅਸੀਂ ਖੋਲ੍ਹ ਕੇ ਦੇਖ ਲਈਏ, ਕਿਸੇ ਵੀ ਸਮੇਂ 'ਤੇ ਦੇਖ ਲਈਏ, ਲੇਕਿਨ ਉਹਨਾਂ ਨੇ ਹਰ ਜਗ੍ਹਾ ਇਹੋ ਫਰਮਾਇਆ ਕਿ ਗੁਰੂ ਜਿਹਾ ਨਾ ਹੀ ਮੈਂ ਹੋਰ। ਇਸ ਲਈ ਸਤਿਗੁਰ ਸਾਨੂੰ ਗੁਰਭਗਤੀ 'ਚ ਦ੍ਰਿੜਤਾ ਬਖਸ਼ਦੇ ਹੋਏ ਵਚਨ ਫਰਮਾ ਰਹੇ ਨੇ। ਹਾਂਜੀ ਬੇਟੇ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਇ ਨਾ ਮੇਟੇ ਦਾਤ। ਫਰਮਾਉਂਦੇ ਨੇ ਗੁਰੂ ਕੀ ਟੇਕ ਰਹੋ ਦਿਨ ਰਾਤ। ਇਹ ਅਸੀਂ ਆਪ ਜਦੋਂ ਵਿਚਾਰ ਕਰਾਂਗੇ ਪਤਾ ਚੱਲੇਗਾ ਕਿ ਇੱਕ ਜਿਹੜਾ ਹਮੇਸ਼ਾ ਹੀ ਡਾਵਾਂਡੋਲ ਕੋਈ ਚੀਜ਼ ਰਹਿੰਦੀ ਹੈ, ਉਹਨੂੰ ਸਹਾਰੇ ਦੀ ਲੋੜ ਹੁੰਦੀ ਹੈ। ਲੇਕਿਨ ਸਹਾਰਾ ਕਦੋਂ ਤੱਕ ਚਾਹੀਦਾ ਹੈ? ਜਦੋਂ ਅਸੀਂ ਉਸ ਚੀਜ਼ ਨੂੰ ਦੇਖਾਂਗੇ ਕਿ ਬਈ ਡਾਵਾਂਡੋਲੀ ਤਾਂ ਚੱਲਦੀ ਰਹਿਣੀ ਹੈ, ਇਹ ਸੰਸਾਰ ਹੀ ਇੱਥੇ ਸਥਿਰ ਨਹੀਂ ਕੋਈ ਚੀਜ਼। ਲੇਕਿਨ ਜਦੋਂ ਅਸੀਂ ਆਸਰਾ ਵੀ ਥੋੜ੍ਹਾ ਥੋੜ੍ਹਾ ਲੈਂਦੇ ਹਾਂ ਕਦੀ, ਅਤੇ ਫਿਰ ਜਿੰਨੀ ਦੇਰ ਅਸੀਂ ਆਸਰਾ ਲੈਂਦੇ ਹਾਂ ਉਨੀ ਦੇਰ ਉਸ ਚੀਜ਼ ਦੀ ਸਾਨੂੰ ਤਾਕਤ ਮਿਲਦੀ ਹੈ। ਜਿਸ ਤਰ੍ਹਾਂ ਮੰਨ ਲਵੋ ਭੁਚਾਲ ਆ ਰਿਹਾ ਹੋਵੇ ਔਰ ਅਸੀਂ ਕਿਸੇ ਮਜ਼ਬੂਤ ਚੀਜ਼ ਨੂੰ ਫੜ ਕੇ ਖੜ੍ਹੇ ਹੋ ਜਾਂਦੇ ਹਾਂ, ਅਤੇ ਜਿੰਨੀ ਦੇਰ ਉਹਦਾ ਆਸਰਾ ਲਈ ਰੱਖਦੇ ਹਾਂ ਉਨੀ ਦੇਰ ਸਾਨੂੰ ਸਹਾਰਾ ਮਿਲਦਾ ਹੈ। ਲੇਕਿਨ ਜਦੋਂ ਵੀ ਉਸ ਸਹਾਰੇ ਨੂੰ ਛੱਡਦੇ ਹਾਂ ਅਤੇ ਉਸੇ ਵੇਲੇ ਹੀ ਡੋਲਣਾ ਸ਼ੁਰੂ ਕਰ ਦਿੰਦੇ ਹਾਂ। ਫਿਰ ਇਸ ਕਰਕੇ ਉਹਨੇ ਫਰਮਾਇਆ ਹੈ ਕਿ ਟੇਕ ਬਹੁਤ ਨੇ, ਆਸਰੇ ਬਹੁਤ ਨੇ ਦੁਨੀਆ 'ਤੇ। ਲੇਕਿਨ ਜਿਸ ਤਰ੍ਹਾਂ ਸਵਾਮੀ ਜੀ ਨੇ ਫਰਮਾਇਆ ਕਿ ਸਤਿਗੁਰੂ ਸ਼ਰਨ ਗਹੋ ਮੇਰੇ ਪਿਆਰੇ, ਕਰਮ ਜੁਗਾਦ ਚੁਕਾਏ। ਉਹ ਕਿਹਾ ਟੇਕਾਂ ਬਹੁਤ ਨੇ, ਆਸਰੇ ਬਹੁਤ ਨੇ, ਲੇਕਿਨ ਜੋ ਸਤਿਗੁਰ ਦਾ ਪੂਰੇ ਸਤਿਗੁਰ ਦਾ ਆਸਰਾ ਹੈ ਉਹਦੇ ਵਰਗਾ ਹੋਰ ਕੋਈ ਆਸਰਾ ਨਹੀਂ ਹੁੰਦਾ। ਸਵਾਮੀ ਜੀ ਨੇ ਫਰਮਾਇਆ ਕਿ ਜਿਹੜਾ ਆਪ ਹੀ ਡਾਵਾਂ ਡੋਲ ਏ, ਜੇ ਅਸੀਂ ਉਹਦਾ ਆਸਰਾ ਲੈਂਦੇ ਹਾਂ ਤਾਂ ਅਸੀਂ ਕਿੱਦਾਂ ਟਿਕੇ ਰਹਾਂਗੇ। ਇਸ ਕਰਕੇ ਸਥਿਰ ਜਿਹੜੀ ਢੋਆ ਉਹ ਕਿਹੜੀ ਹੈ? ਸਤਿਗੁਰੂ। ਇਸ ਲਈ ਫਰਮਾਉਂਦੇ ਨੇ ਕਿ ਗੁਰੂ ਕੀ ਟੇਕ ਰਹੋ ਦਿਨ ਰਾਤ। ਇਹ ਨਹੀਂ ਕਿਹਾ ਕਿ ਇੱਕ ਟਾਈਮ ਦੇ ਉੱਤੇ, ਜਿਸ ਤਰ੍ਹਾਂ ਅਸੀਂ ਸਵੇਰੇ ਉੱਠ ਕੇ ਕੋਈ ਥੋੜ੍ਹਾ ਭਜਨ ਸਿਮਰਨ ਕਰਦੇ ਹਾਂ, ਨਾਮ ਜਪਦੇ ਹਾਂ, ਕੋਈ ਮੰਦਰ ਮਸਜਿਦ ਗੁਰਦੁਆਰੇ ਮੱਥਾ ਟੇਕਣ ਜਾਂਦੇ ਹਾਂ, ਅਤੇ ਅਸੀਂ ਸੋਚਦੇ ਹਾਂ ਕਿ ਅਸੀਂ ਹੁਣ ਬਈ ਮੱਥਾ ਟੇਕ ਲਿਆ, ਹੁਣ ਅਸੀਂ ਇੱਕ ਵਾਰੀ ਮੱਥਾ ਟੇਕ ਕੇ ਸਿਰ ਝੁਕਾ ਕੇ ਅਸੀਂ ਵਾਪਸ ਆ ਗਏ ਹਾਂ, ਅਤੇ ਹੁਣ ਸਾਨੂੰ ਕੋਈ ਲੋੜ ਨਹੀਂ। ਸਾਰਾ ਦਿਨ ਜਿੱਥੇ ਮਰਜ਼ੀ ਅਸੀਂ ਫਿਰੀਏ, ਹੁਣ ਸਾਨੂੰ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਨਹੀਂ ਆਏਗੀ। ਲੇਕਿਨ ਸਤਿਗੁਰ ਸਾਨੂੰ ਉਸ ਚੀਜ਼ ਨਾਲ ਜੋੜਦੇ ਆ ਜਿਹੜੀ ਹਮੇਸ਼ਾ ਹੀ ਸਾਡੇ ਨਾਲ ਸਾਹ ਦੇ ਨਾਲ ਸਾਹ ਲੈ ਰਹੀ ਹੈ। ਉਹ ਬਾਹਰੋਂ ਕਿਸੇ ਸਾਨੂੰ ਭਰਮ 'ਚ ਨਹੀਂ ਪਾਉਂਦੇ, ਬਾਹਰੋਂ ਕਿਸੇ ਵੀ ਚੀਜ਼ ਨਾਲ ਨਹੀਂ ਜੋੜਦੇ। ਅੱਜ ਤੱਕ ਹਜ਼ਾਰਾਂ ਲੱਖਾਂ ਸੰਤ ਮਹਾਤਮਾ ਚਾਹੇ ਆਏ, ਅਲੱਗ-ਅਲੱਗ ਟਾਈਮਾਂ 'ਤੇ ਆਏ, ਲੇਕਿਨ ਉਹਨਾਂ ਨੇ ਕਿਸੇ ਨੇ ਵੀ ਆਪਣੀ ਦੇਹ ਦੇ ਨਾਲ ਨਹੀਂ ਜੋੜਿਆ, ਨਾ ਸਾਨੂੰ ਮੰਦਰ ਮਸਜਿਦਾਂ ਮੂਰਤਾਂ ਨਾਲ ਜੋੜਿਆ। ਠੀਕ ਹੈ, ਸਾਨੂੰ
एक जाच दसी, उसकी जात ताज़ा करने वास्ते सानू जरूर कोई ना कोई रस्ता दसिया, लेकिन असली जिहड़ा भेद सी उन्हें इहो ही दसिया कि बई वो जिसनों असीं मिलना चाहुंदे आ, जिस परमात्मा नूं, वो किते बाहर नहीं हैगा, वो साडे सारिਆਂ ਦੇ अंदर है। लेकिन जदों तक असीं ਉਹਦੇ दर्शन नहीं करते, ਉਹਨੂੰ मिल नहीं लेंदे, उदों तक सानू यकीन नहीं आउंदा, विश्वास नहीं आउंदा। इस तरह ही गुरु की गल आ रही है। हुण सतगुर ते फरमाउंदे ने गुरु की टेक रहो दिन रात, पर साडा मन जे टेक पक्की होवे, दिन रात होवे, टाइम तो इस तरह ही है, जां दिन हुंदा जां रात हुंदी है। समा लंघदा जांदा है, हफ्ते हफ्ते करके महीने सालां बधी लंघ जाते हैं। जे असीं दिन रात ही उहदे आसरा लई रखांगे तो फिर डावाडोल किद्दां होवांगे, कदी हो ही नहीं सकते। लेकिन जदों भी साडा मन जिहड़ा आ उन्हां दे भरोसे तो पिछे हुंदा है, कोई शंका मन च करदा है, उदों ही डावाडोली हुंदी है, उदों ही मन घबराउंदा है, उदों ही इहनूं मन नूं जिस तरह कहंदे हौल पैंदे ने कि हुण पता नहीं की हो जाना है। जे इहनूं अपने गुरु ते विश्वास बन गया, भरोसा बन गया, फिर जो मर्जी होवे, इहनूं कदी भी इहदे मन नूं बेचैनी नहीं होएगी। इसलिए फरमाउंदे ने गुरु की टेक रहो दिन रात, कहते दिन रात हर वेले उहदा आसरा लई रखीए। हर एक संता महात्मा ने उहदा दस्सिया है। सतगुरां ने स्वामी जी ने भी अपनी बाणी 'च फरमाया है कि खाते पीते चलते फिरते सोवत जागत बिसरना जात। होना कि कोई भी समा होवे, कुछ भी असीं करदे होईए, पर उन्होंने विसरना नहीं, उहदी टेक नूं छड्डना नहीं है। जदों भी उहदा आसरा छड्डांगे उदों ही वो काल दी जिहड़ी आ हमला हुंदा है। इसलिए पक्कियां कर रहे ने गुरु की टेक रहो दिन रात, जाकी कोई ना मेटे दात। कहंदे विश्वास रखो उस परमात्मा ते कि उहदी दात नूं कोई खो नहीं सकदा। जे उहदी मंजूरी दे विच उहने दित्ती है, फिर किहदी हिम्मत है कि उस चीज़ नूं किस तरह कोई खो लवे, हो ही नहीं सकता कभी भी। लेकिन जदों असीं कोई चीज़ अपनी समझ के करते हैं, जदों तक असीं सोचते हैं ये चीज़ मेरी है, ये मैं कमाई है, ये मेरे ने, इस घर मेरा है, ये धियां पुत्तर मेरे ने, ये माया मेरी है, ये संसार मेरा है, उदों तक ही फिर डर लगता है। उदों तक हुंदा है कि कोई भी जे मैं कितों प्राप्त की है तो मेरे को खो के कोई भी लै सकता है। लेकिन जदों सानू विश्वास होएगा, भरोसा होएगा कि ये सतगुरां ने बख्शिया है, तो फिर ये मान आएगा कि सतगुरां ने बख्शिया, तो फिर कोई खो नहीं सकता मेरे को। हुण जिहड़ी दात बख्शदे ने, ठीक है, वो दया किरपा करके संसारी साडियां बेनतियां भी सुनते हैं, किरपा करते हैं, जो भी असीं मंगते हैं दया करते हैं। लेकिन असली दात उन्हां दी की है? वो की है? सानू नाम बख्शते हैं, वो सानू सच्चे नाम नाल जोड़ते हैं। सिर्फ बाहर दी अवस्था नहीं, कोई भी चीज़ इत्थे रहन वाली नहीं है, लेकिन वो ऐसी दात है, वो कहते कभी मिटती ही नहीं। ना उन्होंने अग्नि जला सकती है, ना पानी उन्होंने गिला कर सकता है, रोड़ सकता है, ना उन्होंने कोई होर चीज़ नुकसान कर सकती है। लेकिन जदों असी उहदे कहे दे मुताबक उस दात नूं पा लवांगे, तो फिर कोई डावाडोली नहीं रहेगी, डर नहीं रहेगा। फिर ये हमेशा ही मस्ती दे विच उस मस्तानी चाल च चलेगा। तो उन्होंने फरमाया है कि गुरु की टेक रहो दिन रात, जाकी कोई ना मेटे दात। कि कोई भी उहदी दात नूं मिटा नहीं सकता, बस हमेशा उहदा ध्यान च रहिए, उहदे आसरे ते रहिए, उहदे उत्ते डोरां सुट के चलिए, फिर कोई भी इहदे कोलों कोई खो नहीं सकता कुछ भी। हाँ जी। गुर की टेक रहो दिन रात, जाकी कोई ना मेटे दात। गुर परमेश्वर एको जान, जो तिस पावे सो परवान।
ਲੇਕਿਨ ਜਿਨ੍ਹਾਂ ਮਹਾਤਮਾ ਦੇ ਜਿਨ੍ਹਾਂ ਸੰਤਾਂ ਦੇ ਅਸੀਂ ਬਚਨ ਸੁਣਦੇ ਪੜ੍ਹਦੇ ਹਾਂ, ਉਹਨਾਂ ਨੇ ਉਹ ਇੱਕ ਕਰਕੇ ਦਿਖਾਇਆ। ਉਹਨਾਂ ਨੇ ਆਪਣੇ ਸਤਿਗੁਰਾਂ ਤੋਂ ਇਲਾਵਾ ਹੋਰ ਕਿਤੇ ਵੀ ਕੋਈ ਟੇਕ ਨਹੀਂ, ਕੋਈ ਧਿਆਨ ਨਹੀਂ ਰੱਖਿਆ। ਫਿਰ ਉਹਨਾਂ ਨੂੰ ਕੋਈ ਡਾਵਾਂ ਡੋਲੀ ਵੀ ਨਹੀਂ ਲਈ। ਅਸੀਂ ਜਦੋਂ ਕੋਈ ਚੀਜ਼ ਮੰਗਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਪਹਿਲਾਂ ਹੀ ਸ਼ੰਕਾ ਹੁੰਦੀ ਹੈ। ਅਸੀਂ ਇੱਕ ਤੋਂ ਨਹੀਂ ਮੰਗਦੇ, ਅਸੀਂ ਕਈ ਥਾਵਾਂ 'ਤੇ ਸੁੱਖਣਾ ਸੁੱਖ ਲੈਂਦੇ ਹਾਂ, ਇੱਥੇ ਵੀ ਸੁੱਖ ਲੈਂਦੇ ਹਾਂ, ਉੱਥੇ ਵੀ ਸੁੱਖ ਲੈਂਦੇ ਹਾਂ ਕਿ ਚਲੋ ਕਿਤੋਂ ਨਾ ਕਿਤੋਂ ਤਾਂ ਹੋ ਹੀ ਜਾਏਗੀ ਨਾ ਪੂਰੀ। ਇਹ ਡਾਵਾਂ ਡੋਲੀ ਸਾਨੂੰ ਕਿਸੇ ਪਾਸੇ ਵੀ ਨਹੀਂ ਲੱਗਣ ਦਿੰਦੇ। ਜਦੋਂ ਇੱਕ 'ਤੇ ਵਿਸ਼ਵਾਸ ਕਰਕੇ, ਸਤਿਗੁਰਾਂ ਨੇ ਕਈ ਵਾਰ ਫਰਮਾਉਣਾ ਕਿ ਇੱਕ ਦਰ ਦੇ ਮੰਗਤੇ ਬਣੀ ਹੈ। ਉਹਨੂੰ ਵੀ ਪਤਾ ਹੁੰਦਾ ਹੈ ਕਿ ਵੀ ਇਹਨੇ ਹੋਰ ਕਿਤੇ ਜਾਣਾ ਹੀ ਨਹੀਂ ਹੈ, ਇਹਨੂੰ ਦੇਣਾ ਹੀ ਪੈਣਾ ਹੈ। ਜਦੋਂ ਅਸੀਂ ਦਰ ਦਰ 'ਤੇ ਫਿਰਦੇ ਹਾਂ ਅਤੇ ਆਪਣੀ ਉਹ ਜਿਹੜੀ ਇੱਜ਼ਤ ਵੀ ਗਵਾ ਲੈਂਦੇ ਹਾਂ, ਮਿਲਦਾ ਵੀ ਕੁਛ ਨਹੀਂ। ਇਸ ਲਈ ਫਰਮਾਉਂਦੇ ਨੇ ਕਿ ਗੁਰ ਪਰਮੇਸ਼ਵਰ ਇੱਕੋ ਜਾਣ, ਕਿ ਇੰਨਾ ਭਰੋਸਾ ਸਿੱਖ ਦਾ ਹੋਣਾ ਚਾਹੀਦਾ ਹੈ ਕਿ ਗੁਰੂ ਅਤੇ ਪਰਮੇਸ਼ਵਰ ਦੇ ਵਿੱਚ ਕੋਈ ਫਰਕ ਨਹੀਂ ਹੈ। ਕਹਿੰਦੇ ਜਦੋਂ ਇੰਨਾ ਭਰੋਸਾ ਆਏਗਾ ਤਾਂ ਉਹਨਾਂ ਨੇ ਫਰਮਾਇਆ ਕਿ ਤਿਸ ਆਪਣਾ ਜੋ ਤਿਸ ਭਾਵੇ ਸੋ ਪ੍ਰਵਾਨ, ਫਿਰ ਹੀ ਉਸ ਦਰਗਾਹ ਦੇ ਵਿੱਚ ਪ੍ਰਵਾਨ ਹੁੰਦਾ ਹੈ। ਫਿਰ ਹੀ ਉਸ ਘਰ ਦੇ ਵਿੱਚੋਂ ਕੋਈ ਉਹ ਦਇਆ ਕਿਰਪਾ ਪਾ ਸਕਦਾ ਹੈ ਜਦੋਂ ਇੰਨਾ ਵਿਸ਼ਵਾਸ ਹੋਵੇ। ਕਿੰਨੀ ਸ਼ੋਭਾ ਉਹਨਾਂ ਨੇ ਗੁਰੂ ਨੂੰ ਦਿੱਤੀ। ਹੁਣ ਕਿਸੇ ਦਾ ਨਾਮ ਨਹੀਂ ਲਿਆ, ਇੱਕ ਗੁਰੂ ਨੂੰ। ਅਤੇ ਸਤਿਗੁਰਾਂ ਨੇ ਕਈ ਵਾਰ ਫਰਮਾਉਣਾ ਕਿ ਗੁਰੂ ਕੋਈ 2 4 5 7 ਨਹੀਂ, ਕੋਈ ਗੁਰੂ ਇੱਕ ਹੀ ਹੈ, ਸਾਰੇ ਸੰਸਾਰ ਦਾ ਗੁਰੂ ਇੱਕ ਹੀ ਹੈ। ਜਦੋਂ ਸਤਿਗੁਰਾਂ ਦੇ ਉਸ ਬਚਨ ਦੀ ਸਾਨੂੰ ਸਮਝ ਆ ਜਾਏਗੀ, ਉਦੋਂ ਅਸੀਂ ਇੱਕ ਹੋ ਕੇ ਚੱਲਾਂਗੇ, ਫਿਰ ਡਾਵਾਂ ਡੋਲੀ ਨਹੀਂ ਕੋਈ ਰਹੇਗੀ। ਗੁਰ ਚਰਣੀ ਜਾ ਕਾ ਮਨ ਲਾਗੈ, ਦੁਖ ਦਰਦ ਭਰਮ ਤਾਂ ਕਾ ਭਾਗੈ। ਜਦੋਂ ਸਤਿਗੁਰਾਂ ਦੇ ਬਚਨਾਂ 'ਤੇ ਵਿਚਾਰ ਕਰਾਂਗੇ ਫਿਰ ਉਹ ਗੱਲ ਬਣੇਗੀ। ਉਹਨੇ ਫਰਮਾਇਆ ਕਿ ਨਾ ਸੁੱਖ ਵਿੱਚ ਗ੍ਰਸਥ ਦੇ, ਨਾ ਸੁੱਖ ਛੱਡ ਗਿਆ, ਸੁੱਖ ਹੈ ਵਿੱਚ ਵਿਚਾਰ ਦੇ, ਸੰਤ ਦੀ ਸ਼ਰਨ ਪਿਆ। ਅਸੀਂ ਸਤਸੰਗ 'ਚ ਬੈਠੇ ਹਾਂ, ਸਤਸੰਗ ਸੁਣ ਰਹੇ ਹਾਂ, ਸਤਿਗੁਰਾਂ ਦੇ ਬਚਨ ਸ਼ਰਵਣ ਕਰ ਰਹੇ ਹਾਂ। ਕਿਉਂ ਮੈਂ ਹਰ ਵਾਰ ਬੇਨਤੀ ਕਰਦਾ ਹੈ ਕਿ ਸਾਨੂੰ ਇਹ ਮੌਕਾ ਜਿਹੜਾ ਹੈ ਬੜੇ ਭਾਗਾਂ ਨਾਲ ਮਿਲਿਆ ਹੈ। ਇਸ ਲਈ ਜਿਸ ਤਰ੍ਹਾਂ ਅਸੀਂ ਬਾਹਰੋਂ ਜਦੋਂ ਪ੍ਰਸ਼ਾਦ ਲੈਣ ਵਾਸਤੇ ਝੋਲੀਆਂ ਫੈਲਾਉਂਦੇ ਹਾਂ, ਜਦੋਂ ਅਸੀਂ ਲਾਈਨਾਂ ਲਗਾ ਕੇ ਅਸੀਂ ਕਰਦੇ ਹਾਂ, ਅਤੇ ਬਈ ਉਸ ਦੀ ਚੀਜ਼ ਦਾ ਤਾਂ ਸਾਨੂੰ ਪਤਾ ਹੈ। ਲੇਕਿਨ ਜੋ ਸਤਿਗੁਰਾਂ ਦੇ ਵਚਨ ਨੇ, ਹੁਣ ਉਹ ਜਿਹੜੇ ਪ੍ਰਸ਼ਾਦ ਕੋਈ ਵੀ ਹੈ, ਠੀਕ ਹੈ, ਉਹਨਾਂ ਦੀ ਰਹਿਮਤ, ਉਹਨਾਂ ਦੀ ਦਇਆ ਕਿਰਪਾ ਹਮੇਸ਼ਾ ਹੀ ਬਰਸਦੀ ਹੈ। ਸਤਿਗੁਰਾਂ ਨੇ ਫਰਮਾਉਣਾ ਕਿ ਜਿੱਦਾਂ ਬਾਰਿਸ਼ ਹੁੰਦੀ ਹੈ ਅਤੇ ਜਿਹੜੇ ਭਾਂਡੇ ਸਿੱਧੇ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜਾ ਇਹ ਪਾਣੀ ਪੈਂਦਾ ਭਰ ਜਾਂਦੇ ਆ। ਲੇਕਿਨ ਜਿਹੜੇ ਭਾਂਡੇ ਮੁੱਧੇ ਪਏ ਹੁੰਦੇ, ਬਾਰਿਸ਼ ਜਿੰਨੀ ਮਰਜ਼ੀ ਹੋਵੇ ਉਹਨਾਂ ਦੇ ਉੱਤੇ ਇੱਕ ਤ੍ਰਿਪ ਨਹੀਂ ਜਾਂਦੀ। ਇਸੇ ਤਰ੍ਹਾਂ ਹੀ ਜਦੋਂ ਸਤਸੰਗ ਦੇ ਵਿੱਚ ਅਸੀਂ ਬੈਠਦੇ ਹਾਂ ਅਤੇ ਸਤਸੰਗ ਦੇ ਵਿੱਚ ਵੀ ਉਹ ਦਇਆ ਦੀ ਬਰਸਾਤ ਜਿਹੜੀ ਸਤਿਗੁਰਾਂ ਦੇ ਬਚਨਾਂ ਦੀ ਉਹ ਹੋ ਰਹੀ ਹੁੰਦੀ ਹੈ। ਜੇ ਭਾਂਡੇ ਸਿੱਧੇ ਹੋਣਗੇ ਅਤੇ ਉਹ ਜ਼ਰੂਰ ਵਿੱਚ ਕੁਛ ਨਾ ਕੁਛ ਜਾਏ। ਸੋਨਾ ਚਾਂਦੀ ਲੱਭ ਜਾਵੇ ਅਤੇ ਅਸੀਂ ਕਹਿਣਾ ਹੈ ਕਿ ਬਈ ਜੋ ਘਰ ਦਾ ਭਾਂਡਾ ਉਹਦੇ ਨਾਲ ਭਰ ਲਈਏ, ਕਿਉਂਕਿ ਉਹਨਾਂ ਦੀ ਕੀਮਤ ਦਾ ਪਤਾ ਹੈ ਸਾਨੂੰ, ਉਹਦਾ ਪਤਾ ਹੈ ਕਿ ਇਹਨਾਂ ਦੀ ਕੀਮਤ ਇੰਨੀ ਹੈ। ਲੇਕਿਨ ਗੁਰੂ ਦੀ ਜਾਂ ਗੁਰੂ ਦੇ ਬਚਨਾਂ ਦੀ ਕੀਮਤ ਦਾ ਸਾਨੂੰ ਪਤਾ ਹੀ ਨਹੀਂ। ਇਸ ਕਰਕੇ ਉਹਦੇ ਨਾਲ ਨਹੀਂ ਅਸੀਂ ਭਰਦੇ। ਸੰਸਾਰ ਵਾਸਤੇ ਥੋੜ੍ਹੀ ਖਾਲੀ ਰੱਖਦੇ ਹਾਂ, ਉਨੀ ਜਗ੍ਹਾ ਦੇ ਵਿੱਚ ਹੀ ਫਿਰ ਭਰਮ ਦੁੱਖ ਜਿਹੜੇ ਉਪਜਦੇ ਨੇ। ਇਸ ਲਈ ਫਰਮਾਇਆ ਹੈ ਕਿ ਬਈ ਜੇ ਗੁਰੂ ਦੀ ਚਰਨਾਂ ਦਾ ਪਿਆਰ ਬਣ ਗਿਆ, ਜੇ ਗੁਰੂ ਚਰਨਾਂ 'ਚ ਵਿਸ਼ਵਾਸ ਬਣ ਗਿਆ, ਗੁਰੂ ਦੇ ਚਰਨੇ ਦੇ ਹਿਰਦੇ 'ਚ ਆ ਗਏ, ਅਤੇ ਫਿਰ ਇਹਦੇ ਅੰਦਰ ਦੁੱਖ ਦਰਦ ਭਰਮ ਕੋਈ ਵੀ ਨਹੀਂ ਰਹੇਗਾ। ਹਾਂਜੀ। ਗੁਰ ਚਰਣੀ ਜਾ ਕਾ ਮਨ ਲਾਗੈ, ਦੁਖ ਦਰਦ ਭਰਮ ਤਾਂ ਕਾ ਭਾਗੈ। ਗੁਰ ਕੀ ਸੇਵਾ ਪਾਏ ਮਾਨ, ਗੁਰ ਉਪਰ
ਸਦਾ ਕੁਰਬਾਨ। ਹੁਣ ਗੁਰੂ ਦੀ ਸੇਵਾ ਕੋਈ ਵੀ ਕਰੇ, ਜਿਹੜਾ ਵੀ ਕਰਦਾ ਹੈ ਉਹਨੂੰ ਉੱਤੇ ਦਇਆ ਹੁੰਦੀ ਹੈ। ਕੋਈ ਵੀ ਉਹਦੇ ਵਾਸਤੇ ਕੋਈ ਨਹੀਂ ਹੈ, ਚਾਹੇ ਕੋਈ ਚੋਰ ਹੈ, ਕੋਈ ਠੱਗ ਹੈ, ਕੋਈ ਸਾਫ ਹੈ, ਕੋਈ ਲਿਬੜਿਆ ਤਿਬੜਿਆ, ਜਿਹੜਾ ਵੀ ਉਹਦੇ ਪਿਆਰ ਨੂੰ ਪਾਲ ਲੈਂਦਾ, ਉਹਦੇ ਬਚਨਾਂ 'ਤੇ ਚੱਲ ਪੈਂਦਾ ਹੈ, ਉਹਦੇ 'ਤੇ ਹੀ ਉਹ ਦਇਆ ਹੁੰਦੀ ਹੈ। ਹੁਣ ਫਰਮਾਇਆ ਕਿ ਗੁਰੂ ਕੀ ਸੇਵਾ ਪਾਵੇ ਮਾਨ। ਗੁਰੂ ਦੀ ਸੇਵਾ, ਹੁਣ ਸੇਵਾ ਦਾ ਨਹੀਂ ਪਤਾ ਲੱਗਦਾ ਕਿ ਸੇਵਾ ਕਿਹੜੀ ਹੈ। ਹੁਣ ਸੇਵਾ ਇੱਕ ਤਨ ਦੀ ਏ, ਇੱਕ ਮਨ ਦੀ ਏ, ਇੱਕ ਧਨ ਦੀ ਏ, ਲੇਕਿਨ ਸਤਿਗੁਰਾਂ ਨੇ ਸਾਡੀ ਕਿਹੜੀ ਸੇਵਾ ਲਗਾਈ? ਸਭ ਤੋਂ ਵੱਡੀ ਸੇਵਾ ਸਾਨੂੰ ਕਿਹੜੀ ਦਿੱਤੀ ਉਹਨਾਂ ਨੇ? ਹੁਣ ਠੀਕ ਹੈ, ਇਹ ਤਨ ਨਾਲ ਅਸੀਂ ਕਿਸੇ ਵੀ ਗੁਰੂ ਸਥਾਨ 'ਤੇ ਜਾ ਕੇ ਕੋਈ ਮਦਦ ਕਰਦੇ ਹਾਂ, ਕੋਈ ਭਾਂਡੇ ਮਾਂਜਦੇ ਹਾਂ, ਕੋਈ ਕੱਪੜੇ ਸਾਫ਼ ਕਰਦੇ ਹਾਂ, ਕੋਈ ਸਫਾਈ ਕਰਦੇ ਹਾਂ, ਕੁਛ ਵੀ ਆ, ਇਹ ਤਨ ਦੀ ਸੇਵਾ ਹੈ। ਮਨ ਨਾਲ ਗੁਰੂ ਦਾ ਬਚਨ ਮੰਨਦੇ ਹਾਂ ਕਿ ਸਤਿਗੁਰ ਬਚਨ ਲਗਾਉਂਦੇ ਨੇ ਕਿ ਬਈ ਕੋਈ ਨਿੰਦਾ ਚੁਗਲੀ ਨਹੀਂ ਕਰਨੀ, ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ, ਕੋਈ ਵੀ ਕਿਸੇ ਨਾਲ ਈਰਖਾ ਦਵੇਸ਼ ਨਹੀਂ ਰੱਖਣਾ, ਜਾਂ ਇਹਨਾਂ ਬਾਹਰਲੇ ਚੀਜ਼ਾਂ ਤੋਂ, ਵਿਕਾਰਾਂ ਤੋਂ ਬਚ ਕੇ ਰਹਿਣਾ ਹੈ। ਇੱਕ ਧਨ ਨਾਲ ਸੇਵਾ ਹੁੰਦੀ ਹੈ ਕਿ ਬਈ ਜਿਹੜਾ ਅਸੀਂ 9-10 ਦੀ ਕਿਰਤ ਕਰਦੇ ਹਾਂ, ਉਹਦੇ 'ਚੋਂ ਅਸੀਂ ਕੁਝ ਨਾ ਕੁਝ ਆਪਣੇ ਖਜ਼ਾਨੇ 'ਚੋਂ ਕੱਢ ਕੇ ਤੇ ਗੁਰੂ ਨੂੰ ਅਰਪਣ ਕਰਦੇ ਹਾਂ। ਲੇਕਿਨ ਇੱਕ ਹੋਰ ਸੇਵਾ ਜਿਹੜੀ ਸਤਿਗੁਰਾਂ ਨੇ ਲਾਈ ਸਾਡੀ, ਉਹ ਸਾਡੀ ਉਹਨਾਂ ਕਿਹਾ ਕਿ ਸਾਨੂੰ ਨਾਮ ਬਖਸ਼ਿਆ, ਸਾਨੂੰ ਸੁਰਤ ਸ਼ਬਦ ਦਾ ਇੱਕ ਅਭਿਆਸ ਦਾ ਤਰੀਕਾ ਦੱਸਿਆ ਕਿ ਬਈ ਇੱਕ ਇਹ ਸੇਵਾ ਹੈ। ਹੁਣ ਸੇਵਾ ਕੋਈ ਵੀ ਹੈ, ਕੋਈ ਛੋਟੀ ਨਹੀਂ ਹੈ, ਲੇਕਿਨ ਸੇਵਾ ਬਣੇ ਤਾਂ ਸਹੀ। ਸਤਿਗੁਰਾਂ ਨੇ ਫਰਮਾਇਆ ਸੀ ਕੋਈ ਨਾ ਕੋਈ ਇਹਦੇ ਕੋਲ ਸੇਵਾ ਦਾ ਅੰਗ ਤਾਂ ਹੋਵੇ, ਲੇਕਿਨ ਸੇਵਾ ਕਰਦਾ ਕੌਣ ਹੈ ਇਹਦਾ ਵੀ ਤਾਂ ਪਤਾ ਲੱਗੇ। ਸੇਵਾ ਕੌਣ ਕਰਦਾ ਹੈ? ਸੇਵਾਦਾਰ। ਜਦੋਂ ਅਸੀਂ ਸੇਵਾਦਾਰ ਹੀ ਨਹੀਂ ਬਣਨੇ ਤੇ ਸੇਵਾ ਕਾਹਦੀ? ਜੇ ਅਸੀਂ ਕੁਛ ਰਾਜੇ ਮਹਾਰਾਜੇ ਬਣ ਕੇ, ਹੁਣ ਕਈ ਵਾਰ ਦੱਸਿਆ ਕਬੀਰ ਸਾਹਿਬ ਦੇ ਟਾਈਮ ਦੇ ਉੱਤੇ ਜਿਹੜੇ ਰਾਜਾ ਬਲਖ ਬੁਲਾਰੇ ਦੇ ਆਏ, ਉਹਨਾਂ ਕੋਲ ਕਿੰਨੀ ਦੇਰ ਉੱਥੇ ਸੇਵਾ ਕਰਦੇ ਰਹੇ, ਆਪਣੇ ਵੱਲੋਂ 8-10 ਸਾਲ 12 ਸਾਲ ਸੇਵਾ ਕਰਦੇ ਰਹੇ, ਪਰ ਉਹ ਰਾਜਾ ਬਣ ਕੇ ਸੇਵਾ ਕਰਦੇ ਰਹੇ। ਮਨ ਦੇ ਵਿੱਚ ਉਹ ਰਾਜਾ ਹੀ ਸੀ ਕਿ ਮੈਂ ਫਲਾਣੇ ਦੇਸ਼ ਦਾ ਰਾਜਾ ਵਾਂ, ਅਤੇ ਐਂ ਪੂਰੇ ਹੰਕਾਰ ਦੇ ਨਾਲ ਕਰਦੇ ਰਹੇ। ਉਹ ਆਪਣੇ ਵੱਲੋਂ ਤਾਂ ਸੇਵਾ ਕਰਦੇ ਰਹੇ, ਪਰ ਸੇਵਾ ਨਹੀਂ ਬਣੀ ਉਹ, ਇਸ ਕਰਕੇ ਉਹ ਚੀਜ਼ ਮਿਲੀ ਨਹੀਂ। ਜਦੋਂ ਨੀਵੇਂ ਹੋ ਕੇ ਸੇਵਾਦਾਰ ਬਣ ਕੇ ਸੇਵਾ ਕੀਤੀ ਤੇ ਫਿਰ ਥੋੜ੍ਹੇ ਹੀ ਦਿਨਾਂ ਦੇ ਵਿੱਚ ਉਹ ਜਿਹੜੀ ਗੱਲ ਬਣ ਗਈ। ਹੁਣ ਜਦੋਂ ਅਸੀਂ ਕੁਛ ਨਾ ਕੁਛ ਬਣ ਕੇ ਸੇਵਾ ਕਰਦੇ ਹਾਂ, ਉਸ ਹਉਮੈ ਹੰਕਾਰ ਜਾਂ ਕਿਸੇ ਚੀਜ਼ ਦਾ ਵੀ ਮਾਣ ਤਾਣ ਰੱਖ ਕੇ, ਅਤੇ ਅਸੀਂ ਸੇਵਾਦਾਰ ਬਣ ਕੇ ਤਾਂ ਸੇਵਾ ਕੀਤੀ ਨਹੀਂ। ਸੇਵਾ ਬਣਨੀ ਹੀ ਉਦੋਂ ਜਦੋਂ ਸੇਵਾਦਾਰ ਬਣਾਂਗੇ, ਹੋਰ ਕੁਛ ਬਣ ਕੇ ਸੇਵਾ ਹੋਣੀ ਹੀ ਨਹੀਂ ਹੈ। ਬੜੇ ਬੜੇ ਆਫਿਸਾਂ ਦੇ ਵਿੱਚ ਲੋਕ ਕੰਮ ਕਰਦੇ ਨੇ, ਉਹ ਮਿਹਨਤਾਨਾ ਜੋ ਵੀ ਉਹਨਾਂ ਨੂੰ ਮਿਲਦਾ ਹੈ, ਜੋ ਵੀ ਕਰਦੇ ਨੇ, ਉਹ ਸਾਰਾ ਦਿਨ 24 ਘੰਟੇ ਵੀ ਉਹ ਕਰਦੇ ਨੇ, ਲੇਕਿਨ ਉਹਨੂੰ ਸੇਵਾ ਨਹੀਂ ਕਹਿੰਦੇ, ਉਹ ਸੇਵਾ ਨਹੀਂ ਹੁੰਦੀ। ਇਸ ਲਈ ਪਹਿਲਾਂ ਤਾਂ ਇਸ ਚੀਜ਼, ਜਦੋਂ ਸਤਿਗੁਰਾਂ ਦੇ ਬਚਨਾਂ ਨੂੰ ਧਿਆਨ ਦੇ ਕੇ ਸੁਣਾਂਗੇ ਤਾਂ ਪਤਾ ਲੱਗਦਾ ਹੈ ਕਿ ਬਈ ਕਿਹਨੂੰ ਕੀ ਚੀਜ਼ ਸਾਨੂੰ ਸਤਿਗੁਰ ਕਹਿੰਦੇ ਨੇ, ਸੇਵਾ ਕਿਹਨੂੰ ਕਹਿੰਦੇ ਨੇ, ਸਿਮਰਨ ਕਿਹਨੂੰ ਕਹਿੰਦੇ ਨੇ, ਗੁਰੂ ਕਿਹਨੂੰ ਕਹਿੰਦੇ ਨੇ, ਫਿਰ ਹਰ ਇੱਕ ਚੀਜ਼ ਦਾ ਪਰਦਾ ਖੁੱਲ੍ਹਦਾ ਹੈ। ਅਤੇ ਉਹਨਾਂ ਨੇ ਫਰਮਾਇਆ ਕਿ ਉਹ ਮਾਣ ਕਿਹਨੂੰ ਮਿਲਦਾ ਹੈ? ਗੁਰੂ ਕੀ ਸੇਵਾ ਪਾਵੇ ਮਾਨ, ਗੁਰ ਉੱਪਰ ਸਦਾ ਕੁਰਬਾਨ। ਫਿਰ ਜਿਹਦੇ ਅੰਦਰ ਇੰਨਾ ਮਾਣ ਆ ਜਾਵੇ, ਜਿਹਨੂੰ ਇੰਨਾ ਮਾਣ ਮਿਲ ਜਾਵੇ, ਅਤੇ ਫਿਰ ਬਈ ਉਹ ਪਿੱਛੇ ਕਿੱਥੇ ਰਹਿੰਦਾ ਹੈ? ਜਦੋਂ ਪਤਾ ਲੱਗ ਗਿਆ ਕਿ ਜਿਸ ਤਰ੍ਹਾਂ ਸਤਿਗੁਰਾਂ ਨੇ ਫਰਮਾਇਆ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਜਦੋਂ ਐਸਾ ਕੋਈ ਰੁਲਦਾ ਫਿਰਦੇ ਦੇ ਉੱਤੇ ਕੋਈ ਦਇਆ ਹੋ ਜਾਵੇ, ਫਿਰ ਜਿਹੜਾ ਦਇਆ ਕਰਦਾ ਹੈ ਬਈ ਉਹਨੂੰ ਫਿਰ ਭੁੱਲਦਾ ਥੋੜ੍ਹਾ ਹੈ, ਫਿਰ ਹਮੇਸ਼ਾ ਯਾਦ ਹੁੰਦੀ ਹੈ ਕਿ ਵੀ ਇਹਨਾਂ ਨੇ ਦਇਆ ਕੀਤੀ ਹੈ, ਇਹਨਾਂ ਦੀ ਕਿਰਪਾ ਹੋਈ ਹੈ, ਫਿਰ ਉਹ ਤੋਂ ਕੁਰਬਾਨ ਜਾਂਦਾ ਹੈ ਸਿੱਖ। ਫਿਰ ਇਸੇ ਤਰ੍ਹਾਂ ਸਤਿਗੁਰ ਜਦੋਂ ਜਿਹੜੀ ਸਾਨੂੰ ਕਰਨੀ ਕਰਨ ਨੂੰ ਕਹਿੰਦੇ ਆ, ਇੱਥੇ ਵੀ ਮਾਣ ਮਿਲਦਾ ਹੈ ਅਤੇ ਉਸ ਦਰਗਾਹ 'ਚ ਵੀ ਮਾਣ ਮਿਲਦਾ ਹੈ। ਇੱਥੇ ਵੀ ਉਹ ਸਤਿਗੁਰਾਂ ਦੀ ਕਿਰਪਾ ਦਾ ਪਤਾ ਚੱਲਦਾ ਹੈ, ਅਤੇ ਅੱਗੇ ਵੀ ਉਹਨਾਂ ਦੀ ਕਿਰਪਾ ਜਿਹੜੀ ਹੈ ਕੋਈ ਲੁਕੀ ਛਿਪੀ ਨਹੀਂ ਰਹਿੰਦੀ। ਹਾਂਜੀ, ਅੱਗੇ ਬੇਟੇ। ਗੁਰ ਕਾ ਦਰਸ਼ਨ ਦੇਖ ਨਿਹਾਲ,
के सेवक की पूरन काल। हाँ जी। गुर के सेवक को दुख ना व्यापे। गुर का सेवक दे दे सजा। गुर की महिमा कथन न जाए। पार ब्रह्म गुर रहे आसमाए। कहो नानक जाके पूरे पाग। गुर चरणी तांका मन लाग। ਹੁਣ ਫਰਮਾਉਂਦੇ ਨੇ ਕਿ ਗੁਰ ਕਾ ਦਰਸ਼ਨ ਦੇਖ ਨਿਹਾਲ। ਹੁਣ ਬਾਹਰਲੇ ਤੌਰ ਤੇ ਆਪਾਂ ਸਾਰੇ ਦਰਸ਼ਨ ਕਰਦੇ ਹਾਂ। ਜਿਸ ਤਰ੍ਹਾਂ ਹੁਣੇ ਬੇਨਤੀ ਕੀਤੀ ਹੈ ਕਿ ਹਰ ਕੋਈ ਕਿਤੇ ਨਾ ਕਿਤੇ ਜਾ ਰਿਹਾ ਹੈ, ਹਰ ਕੋਈ ਕਿਸੇ ਨਾ ਕਿਸੇ ਨੂੰ ਮੰਨ ਰਿਹਾ ਹੈ, ਹਰ ਇੱਕ ਦਾ ਹੀ ਕੋਈ ਨਾ ਕੋਈ ਗੁਰੂ ਹੈਗਾ ਹੈ। ਲੇਕਿਨ ਉਹ ਵਿਸ਼ਵਾਸ, ਉਹ ਭਰੋਸਾ ਉਹ ਕਦੋਂ ਬਣੇ? ਕਿਉਂਕਿ ਬਾਹਰੋਂ ਤੇ ਹਮੇਸ਼ਾ ਤੋਂ ਹੀ ਉਹ ਜਦੋਂ ਵੀ ਇੱਥੇ ਉਹ ਆਏ ਤੇ ਸਾਡੇ ਵਰਗੇ ਹੀ ਉਹ ਪੰਜ ਤੱਤ ਦਾ ਜਿਹੜਾ ਚੋਲਾ ਲੈ ਕੇ ਆਏ। ਮਨ ਨੇ ਭਰਮ ਕੀਤਾ, ਮਨ ਨੇ ਕਈ ਸਵਾਲ ਜਵਾਬ ਉਠਾਏ ਜਿਹਦੇ ਨਾਲ ਉਹ ਗੱਲ ਨਹੀਂ ਹੋਈ। ਇਸ ਕਰਕੇ ਉਹਨਾਂ ਨੇ ਜੋ ਵਚਨ ਕੀਤੇ ਕਿ ਗੁਰ ਕਾ ਦਰਸ਼ਨ ਦੇਖ ਨਿਹਾਲ। ਉਹ ਦਰਸ਼ਨ ਕਿੱਥੇ ਕਰਨੇ ਨੇ? ਜਿਹੜਾ ਸਤਿਗੁਰਾਂ ਨੇ ਸਾਨੂੰ ਰਸਤਾ ਦੱਸਿਆ। ਇੱਕ ਦੇ ਬਾਹਰ ਇਹਨਾਂ ਅੱਖਾਂ ਦੇ ਨਾਲ ਅਸੀਂ ਦਰਸ਼ਨ ਕਰਦੇ ਹਾਂ, ਇੱਕ ਅੰਦਰਲੀਆਂ ਅੱਖਾਂ ਦੇ ਨਾਲ ਜੋ ਅੰਦਰ ਦਰਸ਼ਨ ਕਰਦੇ ਹਾਂ। ਜਦੋਂ ਕਰਨੀ ਜਿਹੜੀ ਸਤਿਗੁਰਾਂ ਨੇ ਕਰਨ ਨੂੰ ਕਿਹਾ ਹੈ, ਜਦੋਂ ਉਹ ਕਰਨੀ ਕਰਾਂਗੇ, ਅੰਦਰ ਸਤਿਗੁਰਾਂ ਨੂੰ ਪ੍ਰਤੱਖ ਦੇਖਾਂਗੇ ਤੇ ਫਿਰ ਉਹ ਜਿਹੜਾ ਦਰਸ਼ਨ ਕਰਕੇ ਇਹ ਸਿੱਖ ਨਿਹਾਲ ਹੁੰਦਾ। ਉਹਦੀ ਗੱਲ ਕੀਤੀ ਹੈ ਕਿ ਗੁਰ ਕਾ ਦਰਸ਼ਨ ਦੇਖ ਨਿਹਾਲ, ਗੁਰ ਕੇ ਸੇਵਕ ਕੀ ਪੂਰਨ ਕਾਲ। ਕਹਿੰਦੇ ਉਦੋਂ ਘਾਲਣਾ ਇਹਦੀ ਪੂਰੀ ਹੁੰਦੀ ਹੈ, ਉਦੋਂ ਤੱਕ ਜਿਹੜੀ ਇਹ ਡਾਵਾਂ ਡੋਲੀ ਨਹੀਂ ਖਤਮ ਹੁੰਦੀ। ਘਾਲਣਾ ਤੇ ਹਰ ਕੋਈ ਸਿੱਖ ਘਾਲ ਰਿਹਾ, ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ, ਪਰ ਪੂਰਨ ਘਾਲ ਦੀ ਉਦੋਂ ਹੀ ਹੈ ਜਦੋਂ ਆਪਣੇ ਅੰਦਰ ਉਹਦੇ ਪ੍ਰਤੱਖ ਜਿਹੜੇ ਦਰਸ਼ਨ ਹੋ ਜਾਣ। ਫਿਰ ਇਹਦੀ ਡਾਵਾਂ ਡੋਲੀ ਖਤਮ ਹੋਏਗੀ, ਫਿਰ ਇਹ ਇੱਕਸਾਰ ਚੱਲੇਗਾ। ਅਜੇ ਤੇ ਕੋਈ ਵੀ ਇਹ ਹੁਣ ਪੰਜਵੇਂ ਪਾਤਸ਼ਾਹ ਦੇ ਅਸੀਂ ਜਿਹੜੇ ਵਚਨ ਅੱਜ ਸੁਣ ਰਹੇ ਹਾਂ, ਹੁਣ ਉਹਨਾਂ ਦਾ ਹੀ ਜੀਵਨ ਦੇਖ ਲਈਏ। ਐਡੇ ਕੀਮਤੀ, ਐਡੇ ਵੱਡੇ ਵਚਨ ਆ ਉਹਨਾਂ ਦੇ, ਲੇਕਿਨ ਜੇ ਅਸੀਂ ਉਹਨਾਂ ਦੀ ਗੱਲ ਦੇਖੀਏ, ਉਸ ਟਾਈਮ ਦੀ ਗੱਲ ਦੇਖੀਏ ਕਿ ਉਸ ਟਾਈਮ 'ਤੇ ਉਹਨਾਂ ਦੇ ਨਾਲ ਕੀ ਹੋਇਆ। ਜਦੋਂ ਇੱਥੇ ਆਏ ਸੰਸਾਰ ਦੇ ਵਿੱਚ, ਅੱਜ ਅਸੀਂ ਲੰਮੇ ਪੈ ਕੇ ਗੁਰਦੁਆਰਿਆਂ ਦੇ ਵਿੱਚ ਮੱਥਾ ਟੇਕਦੇ ਹਾਂ, ਬੇਨਤੀਆਂ ਕਰਦੇ ਹਾਂ, ਸਭ ਕੁਝ ਕਰਦੇ ਹਾਂ, ਪਰ ਉਸ ਸਮੇਂ 'ਤੇ ਦੇਖੀਏ, ਚਾਹੇ ਗੁਰੂ ਨਾਨਕ ਸਾਹਿਬ ਜੀ ਦੇ ਟਾਈਮ 'ਤੇ, ਦੂਸਰੇ ਤੀਸਰੇ ਪਾਤਸ਼ਾਹ ਦੇ, ਕਿਸੇ ਦਾ ਵੀ ਦੇਖ ਲਈਏ, ਪੰਜਮ ਪਾਤਸ਼ਾਹ ਦੀ ਜਿਨ੍ਹਾਂ ਦੀ ਅਸੀਂ ਬਾਣੀ ਸੁਣ ਰਹੇ ਹਾਂ, ਪੜ੍ਹ ਰਹੇ ਹਾਂ, ਉਹਨਾਂ ਨੂੰ ਕਿੰਨੇ ਤਸੀਹੇ ਦਿੱਤੇ ਗਏ, ਲੱਤੀਆਂ ਲੋਹਾਂ 'ਤੇ ਬਿਠਾਤਾ, ਦੇਗਾਂ ਦੇ ਵਿੱਚ ਉਬਾਲ ਦਿੱਤਾ। ਬਈ ਜੇ ਵਾਕਈ ਹੀ ਗੁਰੂ ਸਮਝਿਆ ਹੋਵੇ ਜਾਂ ਗੁਰੂ ਨਾਲ ਉਹ ਪਿਆਰ ਬਣਿਆ, ਗੁਰੂ ਦੇ ਜਿਹੜੇ ਦਰਸ਼ਨ ਨੇ ਉਹ ਕੀਤੇ ਹੋਣ, ਤੇ ਬਈ ਇਹ ਗੱਲ ਹੋ ਸਕਦੀ ਕਦੀ? ਗੁਰੂ ਦੇ ਦਰਸ਼ਨ ਜਿਨ੍ਹਾਂ ਨੇ ਤਤੀਆਂ ਲੋਹਾਂ 'ਤੇ ਬਿਠਾਇਆ, ਦਰਸ਼ਨ ਤੇ ਬਾਹਰ ਉਹ ਵੀ ਕਰ ਰਹੇ ਸੀ। ਜਿਨ੍ਹਾਂ ਨੇ ਦੇਗਾਂ 'ਚੋਂ ਬਾਲਿਆ ਉਹ ਵੀ ਤਾਂ ਦਰਸ਼ਨ ਕਰ ਹੀ ਰਹੇ ਸੀ, ਲੇਕਿਨ ਉਹ ਕਿਉਂ ਨਹੀਂ ਉਹ ਗੱਲ ਬਣੀ? ਜਿਹੜੇ ਸਿੱਖਾਂ ਨੇ ਜਦੋਂ ਵਿਦਾਵਾ ਲਿਖ ਕੇ ਦੇ ਦਿੱਤੇ ਸੀ ਦਸਮ ਪਾਤਸ਼ਾਹ ਦੇ ਟਾਈਮ 'ਤੇ, ਉਹ ਵਿਦਾਵੇ ਲਿਖ ਕੇ ਕਿਉਂ ਦੇ ਦਿੱਤੇ ਸੀ? ਕਿਉਂਕਿ ਉਹ ਦਰਸ਼ਨ ਬਾਹਰ ਜਿਹੜੇ ਸੀ ਕੀਤੇ। ਜਿਹੜੇ ਸਤਿਗੁਰ ਕਹਿੰਦੇ ਨੇ ਕਿ ਉਹ ਗੁਰੂ ਅੰਦਰ ਹੀ ਵਸਦਾ ਹੈ, ਜਦੋਂ ਤੱਕ ਉਸ ਅੰਦਰ ਦਰਸ਼ਨ ਨਹੀਂ ਹੋਏ, ਉਦੋਂ ਤੱਕ ਇਹਦੀ ਮੁਕਤੀ ਨਹੀਂ ਹੁੰਦੀ।
इस करके उन्होंने फरमाया कि गुर के दर्शन देख निहाल गुर के सेवक की पूਰਨ काल। ਕਹਿੰਦੇ ਪੂਰੀ ਘਾਲਣਾ ਇਹਦੀ ਉਦੋਂ ਹੀ ਹੈ ਜਦੋਂ ਸਤਿਗੁਰਾਂ ਦੇ ਬਚਨਾਂ 'ਤੇ ਚੱਲ ਕੇ ਇਹ ਮਨ ਦੀਆਂ ਮੈਲਾਂ ਲਾ ਕੇ ਉਹ ਜਿਹੜੀ ਤਸਵੀਰ ਦੇ ਅੰਦਰ ਵਸਦੀ ਹੈ ਉਹਨੂੰ ਉਹਦੇ ਦਰਸ਼ਨ ਕਰ ਲਵੇ। ਅੱਗੇ ਫਰਮਾਇਆ ਕਿ ਗੁਰ ਕੇ ਸੇਵਕ ਕੋ ਦੁੱਖ ਨਾ ਵਿਆਪੇ ਗੁਰ ਕਾ ਸੇਵਕ ਦਹਿ ਦਿਸ ਜਾਪੇ। ਫਿਰ ਗੱਲ ਉਹਦੀ ਆ ਰਹੀ ਹੈ ਕਿਹਦੀ? ਗੁਰੂ ਦੇ ਸੇਵਕ ਦੀ। ਇਹ ਸਾਰੇ ਬਚਨ ਕਿਹਦੇ ਨੇ? ਗੁਰੂ ਦੇ ਸੇਵਕ ਵਾਸਤੇ। ਜਿਹੜਾ ਸੇਵਕ ਬਣ ਗਿਆ ਗੁਰੂ ਦਾ, ਕਹਿੰਦੇ ਉਹਨੂੰ ਨਹੀਂ ਕੋਈ ਦੁੱਖ ਹੈਗਾ। ਜਿਹੜਾ ਗੁਰੂ ਦਾ ਸੇਵਕ ਬਣ ਗਿਆ, ਕਹਿੰਦੇ ਉਹਦਾ ਆਪਣਾ ਹੀ ਤੇਜ ਜਿਹੜਾ 10 ਸੂਰਜਾਂ ਜਿੰਨਾ ਹੈ। ਫਿਰ ਉਹਨੂੰ ਕਿਹੜੀ ਚੀਜ਼ ਉਹਨੂੰ ਕਿਸ ਤਰ੍ਹਾਂ ਠੋਕਰ ਖਾ ਸਕਦਾ ਹੈ? ਕਿਉਂਕਿ ਠੋਕਰਾਂ ਲੱਗਦੀਆਂ ਨੇ ਅੰਧੇਰੇ ਦੇ ਵਿੱਚ। ਜਿਹਦਾ ਆਪਣਾ ਹੀ ਪ੍ਰਕਾਸ਼ ਇੰਨਾ ਹੋ ਗਿਆ, ਉਹ ਕਦੀ ਕਿਤੋਂ ਠੋਕਰ ਖਾ ਸਕਦਾ? ਨਹੀਂ ਖਾ ਸਕਦਾ। ਇਸ ਲਈ ਕਹਿ ਰਹੇ ਨੇ ਕਿ ਗੁਰ ਕੇ ਸੇਵਕ ਕੋ ਦੁੱਖ ਨਾ ਵਿਆਪੇ ਗੁਰ ਕਾ ਸੇਵਕ ਦਹਿ ਦਿਸ ਜਾਪੇ। ਗੁਰੂ ਦਾ ਸੇਵਕ ਬਣਨਾ ਹੀ ਔਖਾ ਹੈ। ਸੇਵਕ ਬਣਨਾ ਕੋਈ ਸੌਖੀ ਗੱਲ ਨਹੀਂ ਹੈਗੀ। ਅੱਗੇ ਫਰਮਾਇਆ ਕਿ ਗੁਰ ਕੀ ਮਹਿਮਾ ਕਥਨ ਨਾ ਜਾਏ ਪਾਰ ਬ੍ਰਹਮ ਗੁਰੂ ਰਿਹਾ ਸਮਾਏ। ਕਹਿੰਦੇ ਗੁਰੂ ਦੀ ਮਹਿਮਾ ਕੀ ਕਰ ਸਕਦੇ ਆ ਅਸੀਂ? ਮਹਿਮਾ ਉਹਦੀ ਕਰਾਂਗੇ ਇਹਨਾਂ ਜਿਹੜੀ ਭਾਸ਼ਾ ਸੀ, ਕੋਈ ਇੰਗਲਿਸ਼ ਜਾਣਦਾ, ਕੋਈ ਪੰਜਾਬੀ, ਕੋਈ ਹਿੰਦੀ, ਹਰ ਇੱਕ ਦੇ ਇੱਕ ਲਿਪੀ ਜਿਹੜੀ ਜੋ ਕੁਝ ਅਕਸ਼ਰ ਨੇ ਉਹਨਾਂ ਦੇ ਵਿੱਚ ਹੀ ਅਸੀਂ ਉਹਦੀ ਮਹਿਮਾ ਕਰਾਂਗੇ। ਪਰ ਉਹਨਾਂ ਨੇ ਫਰਮਾਇਆ ਕਿ ਜੀਭਾ ਬੜੀ ਛੋਟੀ ਏ, ਉਹਨਾਂ ਦੀ ਮਹਿਮਾ ਗਾ ਹੀ ਨਹੀਂ ਸਕਦੇ ਅਸੀਂ। ਬਹੁਤ ਉਹਨਾਂ ਦੀ ਅਪਰੰਪਾਰ ਮਹਿਮਾ ਹੈ। ਇਸ ਲਈ ਫਰਮਾਇਆ ਕਿ ਗੁਰ ਕੀ ਮਹਿਮਾ ਕਥਨ ਨਾ ਜਾਏ ਪਾਰ ਬ੍ਰਹਮ ਗੁਰੂ ਰਿਹਾ ਸਮਾਏ। ਬਈ ਇਸ ਬ੍ਰਹਮ ਦੇ ਲੋਕ ਦੇ ਵਿੱਚ ਉਹਨਾਂ ਦੀ ਸਿਫਤ ਵਾਸਤੇ ਕੋਈ ਐਸੀ ਚੀਜ਼ ਹੈ ਹੀ ਨਹੀਂ ਜਿਹੜੀ ਅਸੀਂ ਉਹਦੀ ਸਿਫਤ ਕਰ ਸਕੀਏ। ਅੱਗੇ ਫਰਮਾਇਆ ਕਿ ਕਹੋ ਨਾਨਕ ਜਾ ਕੇ ਪੂਰੇ ਭਾਗ ਗੁਰ ਚਰਨੀ ਤਾ ਕਾ ਮਨ ਲਾਗ। ਫਰਮਾਇਆ ਕਿ ਬੜੇ ਪੂਰਨ ਭਾਗ ਹੋਣ ਤੇ ਫਿਰ ਗੁਰੂ ਦੇ ਚਰਨਾਂ ਦੇ ਵਿੱਚ ਅਨੁਰਾਗ ਜਾਗਦਾ ਹੈ, ਫਿਰ ਗੁਰੂ ਦੇ ਚਰਨਾਂ 'ਚ ਵਿਸ਼ਵਾਸ ਬਣਦਾ ਹੈ, ਭਰੋਸਾ ਬਣਦਾ ਹੈ, ਤੇ ਬੜੀ ਇੱਕ ਕੀਮਤੀ ਚੀਜ਼ ਹੈ। ਲੇਕਿਨ ਸਤਿਗੁਰ ਦਇਆ ਕਿਰਪਾ ਕਰਨ ਤੇ ਕੋਈ ਐਸੀ ਗੱਲ ਨਹੀਂ। ਇਹਦੇ ਅੰਦਰ ਕੀ ਹੈ? ਬਾਕੀ ਚੀਜ਼ਾਂ ਦਾ ਵੀ ਅਸੀਂ ਮਾਣ ਕਰਦੇ ਹਾਂ, ਬਾਕੀ ਚੀਜ਼ਾਂ ਨੂੰ ਵੀ ਅਸੀਂ ਮੰਗਦੇ, ਬਾਕੀ ਚੀਜ਼ਾਂ ਵਾਸਤੇ ਅਸੀਂ ਦੁਨੀਆ ਨਾਲ ਲੜਦੇ ਹਾਂ, ਕਈ ਕੁਛ ਕਰਦੇ ਹਾਂ। ਲੇਕਿਨ ਜਦੋਂ ਇੱਧਰਲੇ ਪਾਸੇ ਚੱਲਦੇ ਹਾਂ ਤੇ ਉਲਟਾ ਮਨ ਨਾਲ ਲੜਨ ਦੀ ਬਜਾਏ ਗੁਰੂ ਨਾਲ ਲੜਾਈ ਕਰਨਾ ਸ਼ੁਰੂ ਕਰ ਦਿੰਦੇ ਹਾਂ। ਲੜਨਾ ਮਨ ਨਾਲ ਲਿਆ। ਜਦੋਂ ਇਸ ਗੱਲ ਦੀ ਸਮਝ ਲੱਗ ਗਈ ਤੇ ਫਿਰ ਬਈ ਇਹ ਕਦੀ ਵੀ ਕੋਈ ਰੋਸ ਨਹੀਂ ਕਰੇਗਾ। ਇਹ ਹਮੇਸ਼ਾ ਹੀ ਸਤਿਗੁਰਾਂ ਦਾ ਸ਼ੁਕਰਾਨਾ ਕਰੇਗਾ ਕਿ ਤੁਸੀਂ ਜੋ ਦਾਤਾਂ ਦਿੱਤੀਆਂ, ਜੋ ਤੁਸੀਂ ਕਿਰਪਾ ਕੀਤੀ, ਬਈ ਉਹਦਾ ਮੈਂ ਦੇਣ ਨਹੀਂ ਦੇ ਸਕਦਾ। ਜਦੋਂ ਇਹਦਾ ਵਿਸ਼ਵਾਸ ਭਰੋਸਾ ਬਣ ਗਿਆ, ਕੋਈ ਡਾਵਾਂ ਡੋਲੀ ਖਤਮ ਹੋ ਗਈ, ਤੇ ਸਤਿਗੁਰਾਂ ਨੇ ਫਰਮਾਇਆ ਕਿ ਉਦੋਂ ਹੀ ਇਹਦਾ ਉਹ ਭਾਗ ਬਣਦਾ ਹੈ ਜਿਹਨੂੰ ਪੂਰਨ ਸਤਿਗੁਰ ਆਪਣਾ ਕਰਕੇ ਨਵਾਜ ਲੈਂਦੇ ਨੇ, ਜਿਹਦੇ ਅੰਗ ਸੰਗ ਸਹਾਈ ਰਹਿੰਦੇ ਨੇ ਹਰ ਵੇਲੇ। ਇਸ ਲਈ ਕਿ ਕਹੋ ਨਾਨਕ ਜਾ ਕੇ ਪੂਰੇ ਭਾਗ ਗੁਰ ਚਰਨੀ ਤਾ ਕਾ ਮਨ ਲਾਗ। ਕਿ ਬੜੀ ਕਿਰਪਾ ਦਿਆ ਹੋਵੇ, ਬੜੇ ਪੂਰੇ ਭਾਗ ਹੋਣ, ਤੇ ਫਿਰ ਗੁਰੂ ਦੇ ਚਰਨਾਂ 'ਚ ਅਨੁਰਾਗ ਹੁੰਦਾ ਹੈ, ਫਿਰ ਗੁਰੂ ਦੇ ਚਰਨਾਂ 'ਤੇ ਵਿਸ਼ਵਾਸ ਭਰੋਸਾ ਬਣਦਾ ਹੈ। ਐਸਾ ਪੱਕਾ ਭਰੋਸਾ ਜਿਹੜਾ ਫਿਰ ਕਦੀ ਵੀ ਡੋਲਦਾ ਨਹੀਂ ਹੈਗਾ। ਸਤਿਗੁਰ ਦਇਆ ਕਿਰਪਾ ਕਰਨ, ਸਭ ਨੂੰ ਆਪਣਾ ਸੱਚਾ ਭਾਵ ਭਰੋਸਾ ਬਖਸ਼ਣ, ਪਿਆਰ ਬਖਸ਼ਣ। ਕਦੀ ਵੀ ਇਸ ਸੰਸਾਰ ਦੇ ਵਿੱਚ ਕਿਸੇ ਵੀ ਚੀਜ਼ ਨੂੰ ਲੈ ਕੇ ਮਨ 'ਚ ਡਾਵਾਂ ਡੋਲੀ ਨਾ ਹੋਵੇ। ਹਮੇਸ਼ਾ ਆਪਣੇ ਗੁਰੂ ਦੇ ਬਚਨਾਂ ਦੇ ਉੱਤੇ ਅਸੀਂ ਸਤ ਵਚਨ ਕਰਕੇ ਚੱਲਦੇ ਰਹੀਏ, ਉਹਨਾਂ ਦੀ ਦਇਆ ਕਿਰਪਾ ਜਿਹੜੀ ਹੈ ਪਾਉਂਦੇ ਰਹੀਏ। ਰਾਧਾ ਸੁਆਮੀ, ਰਾਧਾ ਸੁਆਮੀ।